ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਡਿਸਕਸ ਕਰਨ ਲੱਗੇ ਆ ਆਪਣਾ ਸੈਕਿੰਡ ਕਿਊ ਕਾਰਡ, ਜਿਹੜਾ ਕਿ ਫਸਟ ਵਰਜ਼ਨ ਆਇਆ ਹਜੇ, ਜਿੰਦੇ ਵਿੱਚ ਆਪਣਾ ਫਸਟ ਕਿਊ ਕਾਰਡ ਆਪਾਂ ਕਰ ਚੁੱਕੇ ਆ ਤੇ ਹੁਣ ਆਪਾਂ ਸੈਕਿੰਡ ਕਿਊ ਕਾਰਡ ਕਰਨ ਲੱਗੇ ਆ, ਜਿਹੜਾ ਕਿ ਹੈਗਾ ਡਿਸਕ੍ਰਾਈਬ ਅ ਬੁੱਕ ਦੈਟ ਯੂ ਹੈਵ ਰੈਡ ਮੈਨੀ ਟਾਈਮਸ। ਠੀਕ ਹੈ, ਤਾਂ ਇਹਦੇ ਕਿਊਜ਼ ਥੱਲੇ ਲਿਖੇ ਹੋਏ ਆ, ਆਪਾਂ ਚੈੱਕ ਕਰ ਸਕਦੇ ਆ। ਵੈਨ ਯੂ ਰੈਡ ਇਟ ਫॉर द ਫਸਟ ਟਾਈਮ। ਇਸ ਬੁੱਕ ਦੀ ਕਾइंड ਕੀ ਆ? ਕਾइंड मतलब टाइप की चीज़ है कि वो रिलीजियस है, हिस्टोरिकल है ਜਾਂ ਫਿਰ ਰੋਮਾਂਟਿਕ ਹੈ, ਕਿਹੋ ਜਿਹੀ ਟਾਈਪ ਹੈ ਉਹਦੀ। ਤਾਂ ਵਟ ਦਾ ਬੁੱਕ ਇਜ਼ ਅਬਾਊਟ। ਠੀਕ ਹੈ, ਫਿਰ ਉਸ ਤੋਂ ਬਾਅਦ ਐਂਡ ਵਾਈ ਯੂ ਇੰਜੋਏ ਰੀਡਿੰਗ ਦਾ ਬੁੱਕ, ਕਿ ਤੁਸੀਂ ਉਹਨੂੰ ਇੰਜੋਏ ਕਿਉਂ ਕਰਦੇ ਜੇ ਰੀਡਿੰਗ ਦੇ ਵਿੱਚ। ਹਾਂਜੀ, ਤੇ ਆਪਣੇ ਚੈਨਲ 'ਤੇ ਨਾ ਇੱਕ ਜੰਬੋ ਕਿਊ ਕਾਰਡਸ ਵੀ ਅਪਲੋਡਡ ਨੇ, ਜਿਨ੍ਹਾਂ ਦੀ ਆਪਾਂ 2 ਵੀਡੀਓਜ਼ ਪਾਈਆਂ। ਇੱਕ ਦੇ ਵਿੱਚ ਆਪਾਂ 3 ਕਿਊ ਕਾਰਡਸ ਦੀ ਇੱਕ ਸਟੋਰੀ ਕੀਤੀ ਸੀ, ਇੱਕ ਵਿੱਚ 5 ਕਿਊ ਕਾਰਡਾਂ ਨੂੰ ਇਕੱਠਾ ਕਰਕੇ ਇੱਕ ਹੀ ਸਟੋਰੀ ਕੀਤੀ ਸੀ। ਤਾਂ ਵੇਖੋ ਤੁਹਾਡੇ 2 ਸਟੋਰੀਆਂ ਦੇ ਨਾਲ 8 ਕਿਊ ਕਾਰਡ ਕਵਰ ਹੋ ਚੱਲੇ ਆ, ਤਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਜੇ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਤਾ। ਤਾਂ ਹੁਣ ਵਿਦਾਊਟ ਵੇਸਟਿੰਗ ਮਚ ਟਾਈਮ ਲੈਟਸ ਸਟਾਰਟ ਆਰ ਵੀਡੀਓ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਦੀ ਇੰਟਰੋਡਕਸ਼ਨ। ਬੀਇੰਗ ਅ ਵੋਰੇਕੀਅਸ ਰੀਡਰ ਔਰ ਬੀਇੰਗ ਅ ਬਿਬਲੀਓਫਾਈਲ, ਆਈ ਲਵ ਟੂ ਰੀਡ ਬੁੱਕਸ। ਠੀਕ ਹੈ, ਵੇਖੋ ਵੋਰੇਕੀਅਸ ਰੀਡਰ ਜਾਂ ਫਿਰ ਬਿਬਲੀਓਫਾਈਲ, ਇਹਨਾਂ ਦੋਵਾਂ ਵਿੱਚੋਂ ਆਪਾਂ ਇੱਕ ਲਿਖ ਸਕਦੇ ਹਾਂ। ਸਲੈਸ਼ ਪਾਇਆ ਹੋਇਆ ਨਾ ਵਿੱਚ, ਤਾਂ ਇਹ ਵਕੈਬ ਦਾ ਵਰਡ ਆ। ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਵੇਂ ਕਰਦੇ ਹੁੰਦੇ ਆਪਦੀ ਇੰਟਰੋਡਕਸ਼ਨ ਦਾ ਜਿਹੜਾ ਆਪਣਾ ਪੈਟਰਨ ਆ ਹਮੇਸ਼ਾ ਸੇਮ ਰਹਿੰਦਾ। ਪਹਿਲਾਂ ਆਪਾਂ ਜ਼ੀਰੈਂਡ ਤੋਂ ਸਟਾਰਟ ਕਰਕੇ, ਠੀਕ ਹੈ, ਜ਼ੀਰੈਂਡ ਮਤਲਬ ਜਿਨ੍ਹਾਂ ਦੇ ਪਿੱਛੇ ING ਲੱਗੀ ਹੁੰਦੀ ਆ, ਉਸ ਤੋਂ ਬਾਅਦ ਇੱਕ ਵਕੈਬ ਦਾ ਵਰਡ ਪਾ ਕੇ ਫਿਰ ਉਸ ਤੋਂ ਬਾਅਦ ਆਪਾਂ ਆਪਦੀ ਇੰਟਰੋਡਕਸ਼ਨ ਸਟਾਰਟ ਕਰਦੇ ਹੁੰਦੇ ਹਾਂ। ਤਾਂ ਇੱਕ ਵੋਰੇਕੀਅਸ ਰੀਡਰ ਦਾ ਮਤਲਬ ਹੁੰਦਾ ਜਿਹਨੂੰ ਬੁੱਕਸ ਰੀਡ ਕਰਨਾ ਬਹੁਤ ਵਧੀਆ ਲੱਗਦਾ ਹੈ। ਬਿਬਲੀਓਫਾਈਲ ਦਾ ਮਤਲਬ ਵੀ ਉਹੀ ਹੁੰਦਾ ਜਿਹਨੂੰ ਬੁੱਕਸ ਰੀਡ ਕਰਨਾ ਬਹੁਤ ਵਧੀਆ ਲੱਗਦਾ ਹੈ। ਤਾਂ ਇੱਕ ਬਿਬਲੀਓਫਾਈਲ ਪਰਸਨ ਹੋਣ ਕਰਕੇ ਮੈਨੂੰ ਬੁੱਕਸ ਰੀਡ ਕਰਨਾ ਵਧੀਆ ਲੱਗਦਾ ਹੈ। ਠੀਕ ਹੈ, although I have read many books in my life, there is one book that has caught my attention and I enjoy reading it। ਭਾਵੇਂ ਕਿ ਮੈਂ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਨੇ ਆਪਦੀ ਲਾਈਫ ਵਿੱਚ, ਪਰ ਉਹਨਾਂ ਦੇ ਵਿੱਚੋਂ ਇੱਕ ਬੁੱਕ ਨੇ ਮੇਰਾ ਧਿਆਨ ਖਿੱਚਿਆ। ਕੌਟ ਮਾਈ ਅਟੈਂਸ਼ਨ ਮਤਲਬ ਮੇਰਾ ਧਿਆਨ ਖਿੱਚਿਆ, ਅਤੇ ਜਿਹਨੂੰ ਮੈਂ ਇੰਜੋਏ ਕਰਦਾ ਪੜ੍ਹਨ ਦੇ ਵਿੱਚ। ਠੀਕ ਹੈ, ਤਾਂ ਵੇਖੋ ਜ਼ੀਰੈਂਡ ਤੋਂ ਸਟਾਰਟ ਕਰਕੇ ਵੋਕੈਬ ਦਾ ਵਰਡ ਪਾ ਕੇ, ਕੰਪਲੈਕਸ ਸਟਰਕਚਰ ਆਲਦੋ ਯੈਟ ਵਾਲਾ ਪਾ ਕੇ, ਅਤੇ ਫਿਰ ਆਪਾਂ ਕੀ ਆ ਇੰਟਰੋਡਕਸ਼ਨ ਸਟਾਰਟ ਕੀਤੀ ਆ। ਤਾਂ ਇੱਕ ਬਹੁਤ ਇੰਟਰਸਟਿੰਗ ਇੰਟਰੋਡਕਸ਼ਨ ਆ। ਉਸ ਤੋਂ ਬਾਅਦ ਦ ਨੇਮ ਆਫ ਦਿਸ ਬੁੱਕ ਇਜ਼ ਵਿੰਗਸ ਆਫ ਫਾਇਰ। ਤਾਂ ਉਸ ਤੋਂ ਬਾਅਦ ਆਪਾਂ ਬੁੱਕ ਦਾ ਨਾਮ ਦੱਸਿਆ, ਬੁੱਕ ਦਾ ਨਾਮ ਹੈਗਾ ਵਿੰਗਸ ਆਫ ਫਾਇਰ। ਉਸ ਤੋਂ ਬਾਅਦ ਹੈ ਇਟ ਇਜ਼ ਦੀ ਆਟੋਬਾਇਓਗ੍ਰਾਫੀ ਆਫ APJ ਅਬਦੁਲ ਕਲਾਮ। ਠੀਕ ਆ, ਕਿ ਇਹ ਜਿਹੜੀ ਬੁੱਕ ਆ ਵਿੰਗਸ ਆਫ ਫਾਇਰ, ਇਹ ਆਟੋਬਾਇਓਗ੍ਰਾਫੀ ਆ, ਮਤਲਬ ਆਤਮ ਜੀਵਨੀ ਆ APJ ਅਬਦੁਲ ਕਲਾਮ ਦੀ। ਠੀਕ ਹੈ, ਵੇਅਰ ਹੀ ਰੋਟ ਅਬਾਊਟ ਹਿਜ਼ ਅਰਲੀ ਲਾਈਫ ਐਕਸਪੀਰੀਐਂਸਿਸ ਐਂਡ ਹਿਜ਼ ਵਰਕ ਐਕਸਪੀਰੀਐਂਸਿਸ ਇਨ ਇੰਡੀਅਨ ਸਪੇਸ ਰਿਸਰਚ। ਵੇਖੋ ਪਹਿਲਾਂ ਆਪਾਂ ਬੁੱਕ ਦਾ ਨਾਮ ਦੱਸਿਆ, ਫਿਰ ਉਹਦਾ ਔਥਰ ਦੱਸਿਆ, ਫਿਰ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਦੱਸਾਂਗੇ ਆਪਾਂ ਕਿ ਉਹ ਬੁੱਕ ਕੀ ਚੀਜ਼ ਕਹਿੰਦੀ ਆ। ਤਾਂ ਉਸ ਬੁੱਕ ਦੇ ਵਿੱਚ APJ ਅਬਦੁਲ ਕਲਾਮ ਜੀ ਨੇ ਆਪਦੇ ਅਰਲੀ ਲਾਈਫ ਐਕਸਪੀਰੀਐਂਸਿਸ ਬਾਰੇ ਦੱਸਿਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਉਹ ਕਿਵੇਂ ਦੇ ਹੁੰਦੇ ਸੀ, ਕਿਵੇਂ ਉਹਨਾਂ ਦੀ ਲਾਈਫ ਐਕਸਪੀਰੀਐਂਸ ਰਿਹਾ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਦਾ ਵਰਕ ਐਕਸਪੀਰੀਐਂਸ ਵੀ ਦੱਸਿਆ ਜਦੋਂ ਉਹਨਾਂ ਨੇ ਇੰਡੀਅਨ ਸਪੇਸ ਰਿਸਰਚ ਦੇ ਵਿੱਚ ਕੰਮ ਕੀਤਾ ਸੀ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਹੁਣ, ਵਟ ਟਾਈਪ ਆਫ ਬੁੱਕ ਇਟ ਇਜ਼ ਰੀਲੀ ਐਨ ਇੰਸਪੀਰੇਸ਼ਨਲ ਬੁੱਕ ਫॉर ਮੈਨੀ ਸਟੂਡੈਂਟਸ ਐਂਡ ਪੀਪਲ। ਇਹ ਇੱਕ ਇੰਸਪੀਰੇਸ਼ਨਲ ਬੁੱਕ ਆ ਬਹੁਤ ਸਾਰੇ ਸਟੂਡੈਂਟਸ ਵਾਸਤੇ ਅਤੇ ਲੋਕਾਂ ਵਾਸਤੇ ਵੀ। ਇਟ ਮੋਟੀਵੇਟਸ ਪੀਪਲ ਟੂ ਟਰਨ ਦੇਅਰ ਰਿਐਲਿਟੀ ਡਰੀਮਸ ਇਨਟੂ ਰਿਐਲਿਟੀ। ਅਤੇ ਇਹ ਮੋਟੀਵੇਟ ਕਰਦੀ ਆ ਲੋਕਾਂ ਨੂੰ ਕਿ ਆਪਦੇ ਸੁਪਨਿਆਂ ਨੂੰ ਰਿਐਲਿਟੀ ਦੇ ਵਿੱਚ ਕਿਵੇਂ ਕਨਵਰਟ ਕਰਨਾ। ਦੇਖੋ ਹੁਣ ਆਪਾਂ ਸਿੱਧਾ ਵੀ ਦੱਸ ਸਕਦੇ ਸੀਗੇ ਕਿ ਆਪਣੀ ਬੁੱਕ ਦਾ ਨਾਮ ਵਿੰਗਸ ਆਫ ਫਾਇਰ ਆ, ਇਹ APJ ਅਬਦੁਲ ਕਲਾਮ ਨੇ ਲਿਖੀ ਆ, ਇਹ ਇੱਕ ਇੰਸਪੀਰੇਸ਼ਨਲ ਬੁੱਕ ਆ। ਤਾਂ ਸਿਰਫ ਆਪਣੇ ਕੋਲ 3 ਲਾਈਨਸ ਹੀ ਹੋਣੀਆਂ ਸੀ। ਇਸ ਕਰਕੇ ਆਪਾਂ ਲੈਂਥ ਵਧਾਉਣ ਵਾਸਤੇ ਆਪਾਂ ਥੋੜ੍ਹੇ ਇੱਕ ਐਕਸਟਰਾ ਇਨਫੋਰਮੇਸ਼ਨ ਵਿੱਚ ਐਡ ਕਰਦੇ ਹਾਂ, ਕਿ ਪਹਿਲਾਂ ਬਰੀਫ ਦੇ ਵਿੱਚ ਬੁੱਕ ਦਾ ਥੋੜ੍ਹੀ ਜਿਹੀ ਦੱਸਤਾ ਵੀ ਬੁੱਕ ਦੇ ਵਿੱਚ ਕੀ ਆ, ਫਿਰ ਇੰਸਪੀਰੇਸ਼ਨਲ ਬੁੱਕ ਦੱਸਤਾ ਅਤੇ ਇੰਸਪੀਰੇਸ਼ਨਲ ਨੂੰ ਥੋੜ੍ਹਾ ਜਿਹਾ ਅੱਗੇ ਐਕਸਟੈਂਡ ਕੀਤਾ। ਇਸ ਕਰਕੇ ਆਪਣੀ ਐਵੇਂ ਲੈਂਥ ਵਧੂਗੀ। ਅਤੇ ਅੱਗੇ ਆਪਾਂ ਹੁਣ ਬੁੱਕ ਬਾਰੇ ਕਰਦੇ ਹਾਂ। ਹੁਣ ਆਪਣਾ ਨੈਕਸਟ ਕਿਊ ਹੈਗਾ ਹੈ ਕਿ ਆਪਾਂ ਇਹ ਬੁੱਕ ਫਸਟ ਵਾਰੀ ਕਦੋਂ ਪੜ੍ਹੀ ਸੀ। ਤਾਂ ਆਈ ਰੈਡ ਦੈਟ ਬੁੱਕ ਵੈਨ ਆਈ ਵਾਜ਼ ਇਨ ਮਾਈ 11th grade ਇਨ ਸਕੂਲ ਵਿਚ ਵਾਜ਼ ਰਿਕਮੈਂਡਡ ਬਾਈ ਮਾਈ ਫੇਵਰੇਟ ਟੀਚਰ। ਠੀਕ ਹੈ, ਤਾਂ ਮੈਂ ਇਹ ਬੁੱਕ 11ਵੀਂ ਕਲਾਸ ਦੇ ਵਿੱਚ ਪੜ੍ਹੀ ਸੀ, ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ। 11th grade ਮਤਲਬ 11th ਕਲਾਸ, ਜਦੋਂ ਮੇਰੇ ਫੇਵਰੇਟ ਟੀਚਰ ਨੇ ਮੈਨੂੰ ਰਿਕਮੈਂਡ ਕੀਤੀ ਸੀ। ਤਾਂ ਵੇਖੋ ਇੱਥੇ ਆਪਾਂ ਰੈੱਡ ਬੋਲਣਾ, ਰਿਕਮੈਂਡਡ ਬੋਲਣਾ, ਕਿਉਂਕਿ ਆਪਾਂ ਕੀ ਆ ਪਾਸਟ ਦੇ ਵਿੱਚ ਗੱਲ ਕਰਨ ਡਏ ਹਾਂ ਇੱਥੇ। ਉਸ ਤੋਂ ਬਾਅਦ ਆਈ ਓ ਦਿਸ ਬੁੱਕ ਅਲੋਟ ਐਜ਼ ਇਟ ਟਰਾਂਸਫੋਰਮਡ ਮੀ ਇਨਟੂ ਅ ਬੈਟਰ ਪਰਸਨ। ਤਾਂ ਇੱਥੇ ਵੀ ਆਪਾਂ ਟਰਾਂਸਫੋਰਮਡ ਲਾਇਆ, ਸੈਕਿੰਡ ਫਾਰਮ ਲਾਈ ਆ। ਠੀਕ ਹੈ, ਤਾਂ ਗ੍ਰਾਮਰ ਦਾ ਧਿਆਨ ਰੱਖਣਾ, ਆਪਾਂ ਰੈੱਡ ਬੋਲਣਾ, ਰਿਕਮੈਂਡਡ, ਟਰਾਂਸਫੋਰਮਡ। ਤਾਂ ਮੈਂ ਇਸ ਕਿਤਾਬ ਦਾ ਰਿਣੀ ਆ, ਉਹਦਾ ਮਤਲਬ ਹੁੰਦਾ ਰਿਣੀ, ਮਤਲਬ ਮੈਂ ਬਹੁਤ ਧੰਨਵਾਦ ਕਰਦਾ ਇਸ ਬੁੱਕ ਦਾ, ਜਾਂ ਫਿਰ ਬਹੁਤ ਵਧੀਆ ਲੱਗਦਾ ਮੈਨੂੰ ਇਹ ਬੁੱਕ ਪੜ੍ਹ ਕੇ, ਕਿਉਂਕਿ ਇਹਨੇ ਮੈਨੂੰ ਟਰਾਂਸਫੋਰਮ ਕਰਤਾ ਇਨਟੂ ਅ ਬੈਟਰ ਪਰਸਨ, ਕਿ ਇੱਕ ਬਹੁਤ ਵਧੀਆ ਪਰਸਨ ਮੈਨੂੰ ਬਣਾਤਾ। ਠੀਕ ਹੈ, ਉਸ ਤੋਂ ਬਾਅਦ ਵਟ ਇਟ ਇਜ਼ ਅਬਾਊਟ। ਹੁਣ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ ਕਿ ਬੁੱਕ ਦੇ ਵਿੱਚ ਕੀ ਕੁਛ ਲਿਖਿਆ ਹੋਇਆ। ਦਿਸ ਬੁੱਕ ਡਿਸਕ੍ਰਾਈਬਸ ਹਾਊ ਦ ਯੰਗ ਬੋਏ ਹੂ ਵਾਜ਼ ਬੋਰਨ ਇਨ ਅ ਮਿਡਲ ਕਲਾਸ ਫੈਮਿਲੀ ਬਿਕਮਸ ਅ ਨੋਟੇਬਲ ਪਰਸਨ ਇਨ ISRO। ਠੀਕ ਹੈ,
ਕਿ ਇਹ ਬੁੱਕ ਇਹ ਡਿਸਕ੍ਰਾਈਬ ਕਰਦੀ ਹੈ ਕਿ ਕਿਵੇਂ ਇੱਕ ਛੋਟਾ ਜਿਹਾ ਬੱਚਾ ਜਿਹੜਾ ਕਿ ਮਿਡਲ ਕਲਾਸ ਫੈਮਿਲੀ ਦੇ ਵਿੱਚ ਜੰਮਿਆ ਸੀਗਾ, ਉਹ ਇੱਕ ਬਹੁਤ ਹੀ ਨੋਟੇਬਲ ਪਰਸਨ, ਇੱਕ ਰਿਸਪੈਕਟਡ ਅਤੇ ਬਹੁਤ ਹੀ ਸਕਸੈਸਫੁਲ ਪਰਸਨ ਬਣ ਗਿਆ ਇਸਰੋ ਦੇ ਵਿੱਚ। ਇਸਰੋ ਮੀਨਸ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹੜੀ ਕਿ ਸਪੇਸ ਦੇ ਵਿੱਚ ਜਿਹੜੀਆਂ ਵੀ ਲਾਂਚਿਸ ਹੁੰਦੀਆਂ ਨੇ ਉਹ ਸਾਰਾ ਇਸਰੋ ਕਰਦੀ ਹੈ। ਐਂਡ ਦੈਨ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਆਫਟਰ ਹੈਵਿੰਗ ਸੀਰੀਜ਼ ਆਫ ਫਾਲਸ ਐਂਡ ਔਡਸ। ਅਤੇ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਵੀ ਬਣਿਆ ਇੰਡੀਆ ਦਾ। ਬਹੁਤ ਸਾਰੀਆਂ ਫਾਲਸ ਅਤੇ ਔਡਸ ਮਤਲਬ ਬਹੁਤ ਸਾਰੀਆਂ ਡਿਫੀਕਲਟ ਸਿਚੁਏਸ਼ਨਸ ਨੂੰ ਟੈਕਲ ਕਰਕੇ ਉਹ ਪਹਿਲਾਂ ਤਾਂ ਕੀ ਬਣਿਆ, ਇਸਰੋ ਦੇ ਵਿੱਚ ਉਹਨੇ ਬਹੁਤ ਵਧੀਆ ਨਾਮ ਕਮਾਇਆ ਅਤੇ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਵੀ ਬਣ ਗਿਆ ਆਪਣੀ ਕੰਟਰੀ ਦਾ। ਨੈਕਸਟ ਹੈਗਾ ਇਟ ਕਵਰਸ ਆਲ ਦੀ ਇਨਫੋਰਮੇਸ਼ਨ ਅਬਾਊਟ ਹਾਊ ਹੀ ਵਾਸ ਡਿਊਰਿੰਗ ਹਿਜ਼ ਚਾਈਲਡਹੁੱਡ, ਸਕੂਲਿੰਗ, ਕਰੀਅਰ ਐਂਡ ਥਿੰਗਸ ਹੀ ਅਚੀਵਡ। ਉਸ ਤੋਂ ਬਾਅਦ ਉਸ ਬੁੱਕ ਦੇ ਵਿੱਚ ਸਾਰੀ ਇਨਫੋਰਮੇਸ਼ਨ ਕਵਰ ਕੀਤੀ ਹੋਈ ਆ ਕਿ ਜਦੋਂ ਉਹ ਚਾਈਲਡਹੁੱਡ ਦੇ ਵਿੱਚ, ਜਦੋਂ ਬਚਪਨ ਵਿੱਚ ਹੁੰਦਾ ਸੀ ਤਾਂ ਕਿਹੋ ਜਿਹਾ ਸੀ, ਸਕੂਲਿੰਗ ਉਹਦੀ ਕਿਵੇਂ ਸੀ, ਉਹਦਾ ਕਰੀਅਰ ਕਿਵੇਂ ਬਣਿਆ ਅਤੇ ਕਿਵੇਂ ਉਹਨੇ ਥਿੰਗਸ ਨੂੰ ਅਚੀਵ ਕੀਤਾ। ਠੀਕ ਹੈ। ਉਸ ਤੋਂ ਬਾਅਦ ਵਾਈ ਯੂ ਇੰਜੋਏ ਰੀਡਿੰਗ ਇਟ, ਆਪਣਾ ਨੈਕਸਟ ਕਿਊ ਹੈ ਤਾਂ ਆਈ ਲਵ ਟੂ ਰੀਡ ਦਿਸ ਬੁੱਕ ਬਿਕੋਜ਼ ਆਫ ਸਮ ਪੋਟੈਂਸ਼ੀਅਲ ਰੀਜ਼ਨਸ। ਤਾਂ ਆਪਾਂ ਇਵੇਂ ਕਰਦੇ ਹੁੰਦੇ ਹਾਂ ਜਦੋਂ ਵੀ ਆਪਾਂ ਕਿਸੇ ਦਾ ਆਨਸਰ ਦੇਈਏ ਤਾਂ ਸਭ ਤੋਂ ਪਹਿਲਾਂ ਇਹ ਲਾਈਨ ਲਾਉਣੇ ਹੁੰਦੇ ਆ ਕਿ ਬਿਕੋਜ਼ ਆਫ ਸਮ ਪੋਟੈਂਸ਼ੀਅਲ ਰੀਜ਼ਨਸ, ਫਿਰ ਕਨੈਕਟਰਸ ਲਾ ਕੇ ਲਿੰਕ ਕਰਦੇ ਹੁੰਦੇ ਆ। ਤਾਂ ਪੋਟੈਂਸ਼ੀਅਲ ਰੀਜ਼ਨਸ ਮਤਲਬ ਸੰਭਾਵੀ ਰੀਜ਼ਨਸ ਕਰਕੇ ਮੈਂ ਇਸ ਬੁੱਕ ਨੂੰ ਪੜ੍ਹਨਾ ਪਸੰਦ ਕਰਦਾ। ਫਸਟਲੀ ਆਈ ਵਾਜ਼ ਆਲਵੇਜ਼ ਅਮੇਜ਼ਡ ਬਾਈ APJ ਅਬਦੁਲ ਕਲਾਮ ਐਂਡ ਦਿਸ ਬੁੱਕ ਸੈਟਿਸਫਾਈਡ ਮਾਈ ਕਰਿਓਸਿਟੀ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਹਮੇਸ਼ਾ ਹੀ APJ ਅਬਦੁਲ ਕਲਾਮ ਤੋਂ ਬਹੁਤ ਇੰਸਪਾਇਰ ਹੁੰਨਾ ਅਤੇ ਇਸ ਬੁੱਕ ਨੇ ਮੇਰੀ ਕੀ ਆ ਕਰਿਓਸਿਟੀ ਨੂੰ ਸੈਟਿਸਫਾਈ ਕਰਤਾ। ਸੈਕਿੰਡਲੀ ਇਟ ਇੰਸਪਾਇਰਡ ਮੀ ਵੈਲ ਟੂ ਅਚੀਵ ਥਿੰਗਸ ਦੈਟ ਆਈ ਕੰਸੀਡਰ ਇੰਪੋਸੀਬਲ। ਫਸਟ ਤਾਂ ਇਹ ਸੀਗਾ ਕਿ APJ ਅਬਦੁਲ ਕਲਾਮ ਮੇਰਾ ਹਮੇਸ਼ਾ ਹੀ ਰੋਲ ਮਾਡਲ ਰਿਹਾ ਹੈ, ਤਾਂ ਇਸ ਕਰਕੇ ਮੇਰੀ ਬੁੱਕ ਸੈਟਿਸਫਾਈ ਕਰਤਾ ਮੇਰੀ ਕਰਿਓਸਿਟੀ ਨੂੰ। ਦੂਜਾ ਇਹ ਆ ਕਿ ਮੈਂ ਹਮੇਸ਼ਾ ਇੰਸਪਾਇਰ ਹੁੰਨਾ ਉਹਨਾਂ ਤੋਂ, ਅਤੇ ਉਹ ਜਿਹੜੀਆਂ ਵੀ ਚੀਜ਼ਾਂ ਮੈਂ ਅਚੀਵ ਕਰਨੀਆਂ, ਵੇਖੋ ਜਿਨ੍ਹਾਂ ਚੀਜ਼ਾਂ ਨੂੰ ਮੈਂ ਇੰਪੋਸੀਬਲ ਕੰਸੀਡਰ ਕਰਦਾ ਉਹ ਚੀਜ਼ਾਂ ਨੂੰ ਕਿਵੇਂ ਅਚੀਵ ਕਰਨਾ ਹੈ, ਇਸ ਚੀਜ਼ ਦੀ ਇੰਸਪੀਰੇਸ਼ਨ ਮੈਨੂੰ ਇਸ ਬੁੱਕ ਤੋਂ ਮਿਲੀ। ਹੁਣ ਆਪਣਾ ਹੈਗਾ ਲਾਸਟਲੀ, ਵੇਖੋ ਆਪਾਂ 3 ਰੀਜ਼ਨ ਦਿੱਤੇ, ਪਹਿਲਾਂ ਤਾਂ ਰੋਲ ਮਾਡਲ ਵਾਲਾ, ਫਿਰ ਇੰਸਪੀਰੇਸ਼ਨ ਵਾਲਾ, ਫਿਰ ਲਾਸਟਲੀ ਵੈਨ ਐਵਰ ਆਈ ਰੀਡ ਦਿਸ ਬੁੱਕ ਮਾਈ ਹੋਲ ਡੇ ਸਟਰੈਸਿਸ ਐਂਡ ਵਰੀਜ਼ ਗੋ ਫॉर ਅ ਟੌਸ। ਠੀਕ ਹੈ। ਗੋ ਫॉर ਅ ਟੌਸ ਇੱਕ ਫਰੇਜ਼ ਆ, ਇਹਦਾ ਮਤਲਬ ਹੁੰਦਾ ਹੈ ਕਿ ਚਲੀਆਂ ਜਾਂਦੀਆਂ, ਕਿ ਜਦੋਂ ਵੀ ਮੈਂ ਇਸ ਬੁੱਕ ਨੂੰ ਪੜ੍ਹਦਾ ਤਾਂ ਮੇਰੀਆਂ ਸਾਰੇ ਦਿਨ ਦੀਆਂ ਚਿੰਤਾਵਾਂ ਅਤੇ ਵਰੀਜ਼ ਚਲੀਆਂ ਜਾਂਦੀਆਂ। ਐਂਡ ਆਈ ਨੋਟ ਓਨਲੀ ਫੀਲ ਰੀਜੂਨੇਟਿਡ ਬਟ ਆਲਸੋ ਐਕਸਪੈਂਡ ਮਾਈ ਹੋਰੀਜ਼ਨਸ ਆਫ ਨੌਲੇਜ। ਅਤੇ ਮੈਂ ਸਿਰਫ ਰੀਜੂਨੇਟਿਡ ਹੀ ਫੀਲ ਨਹੀਂ ਕਰਦਾ, ਵੀ ਰਿਲੈਕਸ ਹੀ ਫੀਲ ਨਹੀਂ ਕਰਦਾ, ਬਟ ਆਲਸੋ ਮੇਰੀ ਨੌਲੇਜ ਵੀ ਬਹੁਤ ਵੱਧ ਜਾਂਦੀ ਹੈ। ਠੀਕ ਹੈ। ਵੇਖੋ ਨੋਟ ਓਨਲੀ ਬਟ ਆਲਸੋ ਵਾਲਾ ਕੰਪਲੈਕਸ ਸਟਰਕਚਰ ਵੀ ਲਾਤਾ ਆਪਾਂ ਇੱਥੇ। ਫਿਰ ਆਲ ਇਨ ਆਲ ਇਟ ਇਜ਼ ਦੀ ਬੁੱਕ ਦੈਟ ਆਈ ਇੰਜੋਏ ਰੀਡਿੰਗ। ਅਤੇ ਆਲ ਇਨ ਆਲ ਕੀ ਆ, ਕਨੈਕਟਰ ਆ ਜਿਹੜਾ ਆਪਾਂ ਕਨਕਲੂਜਨ ਵਾਸਤੇ ਯੂਜ਼ ਕਰਦੇ ਹਾਂ। ਇਹੀ ਉਹ ਬੁੱਕ ਆ ਜਿਹਨੂੰ ਮੈਂ ਪਸੰਦ ਕਰਦਾ ਪੜ੍ਹਨਾ। ਤਾਂ ਦਿਸ ਇਜ਼ ਆਲ ਅਬਾਊਟ ਆਰ ਕਿਊ ਕਾਰਡ। ਇਹਦੇ ਵਿੱਚ ਆਪਾਂ ਵਕੈਬ ਵੀ ਪਾਇਆ, ਕੰਪਲੈਕਸ ਸਟਰਕਚਰ ਵੀ ਪਾਏ ਆ, ਫਰੇਜ਼ਿਸ ਵੀ ਪਾਏ ਆ। ਠੀਕ ਹੈ। ਤਾਂ ਇੰਟਰੋਡਕਸ਼ਨ ਵੇਖੋ ਕਿੰਨੀ ਯੂਨੀਕ ਅਤੇ ਇੰਪਰੈਸਿਵ ਅਤੇ ਟਰੈਂਡੀ ਕੀਤੀ ਹੈ। ਤਾਂ ਇਹ ਸਾਰਾ ਕੁਝ ਤੁਸੀਂ ਐਗਜ਼ਾਮੀਨਰ ਨੂੰ ਐਵੇਂ ਹੀ ਸੁਣਾ ਕੇ ਵਧੀਆ ਤੋਂ ਵਧੀਆ ਉਹਨੂੰ ਇੰਪਰੈਸ ਕਰ ਸਕਦੇ ਜੇ, ਅਤੇ 7+ ਸਕੋਰ ਵੀ ਕਰ ਸਕਦੇ ਜੀ। So I hope you understand the whole video. Kindly like, subscribe and share with your friends. Thank you.